ਸਵਾਗਤ ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਾਜੀਵ ਭਾਸਕਰ ਸਾਹਿਬ ਜੀ ਆਇਆ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, 5 ਅਹਿਮ ਨੁਕਤਿਆਂ ਤੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਕਿ ਪ੍ਰਸ਼ਾਂਤ ਕਿਸ਼ੋਰ ਦੇ ਸਾਬਕਾ ਸਾਥੀ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਚੋਣ ਰਣਨੀਤੀਕਾਰ ਪੰਜਾਬ ਵਿੱਚੋਂ ਆਪਣਾ ਕੰਮ ਸਮੇਟ ਰਹੇ ਨੇ ਕਿ ਅਕਾਲੀ ਦਲ ਦੇ ਚੋਣ ਰਣਨੀਤੀਕਾਰ ਨੇ ਸੇਵਾਵਾਂ ਬੰਦ ਕਰ ਦਿੱਤੀਆਂ ਨੇ। ਦੂਜਾ ਨੁਕਤਾ, ਅੱਜ ਮਾਣਯੋਗ ਉੱਚ ਅਦਾਲਤ ਵਿੱਚ ਨਸ਼ਿਆਂ ਦੇ ਹਾਈ ਪ੍ਰੋਫਾਈਲ ਕੇਸ ਦੀ ਸੁਣਵਾਈ ਦੌਰਾਨ ਲੁਕਵਾਂ ਕੀ ਵਾਪਰਿਆ। ਅਗਲੀ ਤਰੀਕ ਪੈ ਗਈ, ਸਭ ਨੂੰ ਪਤਾ, ਪਰ ਕੀ ਵਾਪਰਿਆ ਜਿਹਦੇ ਕਈ ਅਰਥ ਕੱਢੇ ਜਾ ਸਕਦੇ ਆ। ਨੰਬਰ 3, ਕੀ ਨਵਜੋਤ ਸਿੰਘ ਸਿੱਧੂ ਔਰ ਚੰਨੀ ਦਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਇਕੱਠਿਆਂ ਨਾ ਜਾਣ 'ਚ ਵੀ ਕੋਈ ਝੋਲ। ਨੰਬਰ 5, ਮਾਫ ਕਰਨਾ, ਨੰਬਰ 4, ਕੈਪਟਨ ਅਮਰਿੰਦਰ ਸਿੰਘ ਨਾਲ ਕਿਹੜੇ ਵਿਧਾਇਕ ਨੇ ਜਿਨ੍ਹਾਂ ਦਾ ਦਾਅਵਾ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨੇ। ਤੇ ਨੰਬਰ 5, ਮੈਨੂੰ ਇਹ ਜ਼ਰੂਰ ਦੱਸੋ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਕਿਉਂ ਕਹਿਣਾ ਪੈ ਗਿਆ ਕਿ ਹਰਸਿਮਰਤ ਕੌਰ ਵਿਧਾਨ ਸਭਾ ਦੀਆਂ ਇਲੈਕਸ਼ਨਸ ਨਹੀਂ ਲੜਨਗੇ। ਇੱਕ ਇਨਫੋਰਮੇਸ਼ਨ ਮੇਰੇ ਕੋਲ ਹੋਰ ਆ ਕਿ ਸੁਖਬੀਰ ਸਿੰਘ ਬਾਦਲ ਵਿਅਕਤੀਗਤ ਤੌਰ ਤੇ ਇਹ ਚਾਹੁੰਦੇ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਇਲੈਕਸ਼ਨ ਲੜਨ। ਪ੍ਰਕਾਸ਼ ਸਿੰਘ ਬਾਦਲ ਨੂੰ ਆਫਰ ਕੀਤੀ ਜਾਊਗੀ ਕੁਰਸੀ ਮੁੱਖ ਮੰਤਰੀ ਵਾਲੀ, ਭਾਵੇਂ ਉਹ ਮਹੀਨੇ ਬਾਅਦ ਕਹਿਣ ਕਿ ਲਓ ਸੁਖਬੀਰ ਦੀ ਤਾਜਪੋਸ਼ੀ, ਮੈਂ ਮੁੜ ਕੇ ਵਾਪਸ ਮੁੜਾਂ। ਮੈਨੂੰ ਦੱਸਿਓ, ਪੰਜਾਬ ਦੇ ਵਿੱਚ ਅਕਾਲੀਆਂ ਦਾ ਚੋਣ ਰਣਨੀਤੀਕਾਰ ਸੁਨੀਲ ਕੰਮ ਛੱਡ ਰਹੇ ਨੇ, ਅਕਾਲੀ ਦਲ ਨੇ ਉਹਨਾਂ ਨੂੰ ਜਵਾਬ ਦਿੱਤਾ, ਜਾਂ ਕਿਸੇ ਕਾਰਨ ਸੁਨੀਲ ਹੱਥ ਖੜੇ ਕਰ ਰਹੇ ਆ? ਮੈਂ ਪੁੱਛਣਾ ਚਾਹੂੰਗਾ ਤੁਹਾਨੂੰ। ਰੰਧਾਵਾ ਜੀ, ਸੁਨੀਲ ਕੋਨੂਗਲ ਉਹਨਾਂ ਦਾ ਨਾਮ ਹੈ ਤੇ ਮਾਈਂਡ ਸ਼ੇਅਰ ਨਾਮ ਤੋਂ ਉਹਨਾਂ ਦੀ ਕੰਪਨੀ ਹੈਗੀ ਹੈ, ਜਿਹੜੀ ਅਕਾਲੀ ਦਲ ਦੀ ਰਣਨੀਤੀ ਨੂੰ ਮੋਹਾਲੀ ਦੇ ਵਿੱਚ ਆਫਿਸ ਦੇ ਵਿੱਚੋਂ ਤਕਰੀਬਨ 6 ਮਹੀਨੇ ਤੋਂ ਦੇਖ ਰਹੀ ਸੀਗੀ। ਔਰ ਬੜਾ ਰਿਸਰਚ ਵਰਕ ਚੱਲ ਰਿਹਾ ਸੀਗਾ, ਬੜਾ ਕੰਮ ਚੱਲ ਰਿਹਾ ਸੀਗਾ। 13 ਨੁਕਾਤੀ ਪ੍ਰੋਗਰਾਮ ਸੁਖਬੀਰ ਬਾਦਲ ਦੇ, ਉਹ ਸੁਨੀਲ ਕੋਨੂਗਲ ਉਹਨਾਂ ਦੀ ਹੀ ਦਿਮਾਗ ਦੀ ਉਪਜ ਸੀਗੀ। ਪਰ ਉਹ 13 ਨੁਕਾਤੀ ਪ੍ਰੋਗਰਾਮ ਜਦੋਂ ਸੁਖਬੀਰ ਬਾਦਲ ਲੈ ਕੇ ਆਏ ਤਦ ਤੇ ਲੋਕਾਂ ਨੇ ਚਲੋ 2 ਕੁ ਦਿਨ ਉਹਦਾ ਜ਼ਿਕਰ ਕੀਤਾ, ਔਰ ਮਹੀਨੇ ਤੱਕ ਤਕਰੀਬਨ ਉਹਦੀ ਸਾਰੇ ਚੈਨਲਾਂ ਦੇ ਵਿੱਚ ਐਡਵਰਟਾਈਜ਼ਮੈਂਟ ਚੱਲਦੀ ਰਹੀ। ਪਰ ਅੱਜ ਉਹਨਾਂ 13 ਨੁਕਾਤੀ ਪ੍ਰੋਗਰਾਮ ਦੇ ਉੱਤੇ ਕੋਈ ਜ਼ਿਕਰ ਤੱਕ ਨਹੀਂ ਹੁੰਦਾ। ਕਿਸੇ ਨੂੰ ਯਾਦ ਵੀ ਨਹੀਂ ਕਿ ਕਿਹੜੇ 13 ਪ੍ਰੋਗਰਾਮ ਉਹ ਸੁਨੀਲ ਕੋਨੂਗਲ ਦੇ ਕਹਿਣ ਤੇ ਜਿਹੜੇ ਸੁਖਬੀਰ ਬਾਦਲ ਉਹਨਾਂ ਨੇ ਦਿੱਤੇ ਸੀਗੇ। ਕਾਫੀ ਟਾਈਮ ਤੋਂ ਇਹ ਗੱਲ ਮਾਰਕੀਟ ਦੇ ਵਿੱਚ, ਪੋਲੀਟੀਕਲ ਸਰਕਲ ਦੇ ਵਿੱਚ ਇਹ ਗੱਲ ਬੜੀ ਮਸ਼ਹੂਰ ਸੀਗੀ ਕਿ ਅਕਾਲੀ ਦਲ ਦਾ ਕੋਈ ਨੈਰੇਟਿਵ ਸੈੱਟ ਨਹੀਂ ਹੋ ਪਾ ਰਿਹਾ। ਭਾਵੇਂ ਉਹ ਕਿਸਾਨਾਂ ਦੇ ਨਾਲ ਜਗ੍ਹਾ ਜਗ੍ਹਾ ਜਿਹੜੇ ਰਫੜ ਪਏ, ਔਰ ਉਸ ਤੋਂ ਬਾਅਦ ਵੀ ਕਈ ਵਾਰ ਏਦਾਂ ਦਾ ਲੱਗਿਆ ਕਿ ਇੰਨੀ ਮਹਿੰਗੀ ਕੰਪਨੀ ਨੂੰ ਹਾਇਰ ਕਰਨ ਦੇ ਬਾਵਜੂਦ ਸੁਖਬੀਰ ਬਾਦਲ ਉਹਨਾਂ ਦੀ ਪਾਰਟੀ ਜਾਂ ਸੁਖਬੀਰ ਬਾਦਲ ਉਹਨਾਂ ਬਤੌਰ ਮੁੱਖ ਮੰਤਰੀ ਕਿਉਂ ਨਹੀਂ ਅੱਗੇ ਵੱਧ ਪਾ ਰਹੇ, ਬਤੌਰ ਮੁੱਖ ਮੰਤਰੀ ਉਹ ਮੁੱਖ ਮੰਤਰੀ ਦੀ ਪੋਸਟ ਵਾਸਤੇ ਕਿਉਂ ਨਹੀਂ ਅੱਗੇ ਵੱਧ ਪਾ ਰਹੇ। ਔਰ ਇਹ ਵੀ ਇੱਕ ਰਣਨੀਤੀਕਾਰ ਨੇ ਹੀ ਸੁਝਾਇਆ ਸੀਗਾ ਕਿ ਹੁਣ ਤੁਸੀਂ ਬਾਦਲ ਸਾਹਿਬ ਨੂੰ ਅੱਗੇ ਕਰੋ ਕਿ ਬਾਦਲ ਸਾਹਿਬ ਦੇ ਨਾਂ ਤੇ ਸ਼ਾਇਦ ਅਕਾਲੀ ਦਲ ਨੂੰ ਕੁਝ ਫਾਇਦਾ ਹੋ ਜਾਏ। ਪਰ ਇਸ ਤੋਂ ਪਹਿਲੇ ਉਹ ਰਣਨੀਤੀਕਾਰ ਕੁਝ ਹੋਰ ਸਮਝਾਉਂਦਾ। ਖਬਰਾਂ ਇਦਾਂ ਦੀ ਵੀ ਆ ਰਹੀਆਂ, ਜਿਹੜੇ ਸੂਤਰ ਦੱਸ ਰਹੇ ਨੇ ਕਿ ਸ਼ਾਇਦ ਇਹ ਜਿਹੜਾ ਕੰਟਰੈਕਟ ਸੀਗਾ, ਜਿਹੜਾ ਸਰਕਾਰ ਬਣਾਉਣ ਦਾ ਇੱਕ ਠੇਕਾ ਸੀਗਾ, ਜਿਹੜਾ ਰਣਨੀਤੀਕਾਰ ਨੂੰ ਦਿੱਤਾ ਗਿਆ ਸੀਗਾ, ਉਹ ਹੁਣ ਟੁੱਟ ਚੁੱਕਿਆ। ਔਰ ਬੜੀ ਜਲਦੀ ਕੋਨੂਗਲ ਉਹਨਾਂ ਆਪਣੇ ਤਮਿਲਨਾਡੂ ਜਿੱਥੋਂ ਆਏ ਸੀਗੇ ਉਹ ਵਾਪਸ ਚਲੇ ਜਾਣਗੇ। ਹਜੇ ਤੇ ਵਿਆਹ ਰੱਖਿਆ ਹੋਇਆ ਹੈ, ਵਿਆਹ ਨੂੰ ਤਕਰੀਬਨ 2 ਮਹੀਨੇ 3 ਮਹੀਨੇ ਬਾਕੀ ਨੇ। ਪਰ 3 ਮਹੀਨੇ ਬਾਅਦ ਇਸ ਸਗਾਈ ਦਾ ਟੁੱਟ ਜਾਣਾ, ਇਸ ਪੋਲੀਟੀਕਲ ਸਗਾਈ ਦਾ ਟੁੱਟ ਜਾਣਾ, ਉਹ ਆਪਣੇ ਆਪ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈਗੀ ਹੈ। ਔਰ ਇਸ ਤੋਂ ਪਹਿਲੇ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਵੀ ਇਦਾਂ ਹੀ ਹੋਇਆ। ਭਾਵੇਂ ਪ੍ਰਸ਼ਾਂਤ ਕਿਸ਼ੋਰ ਨੇ ਆਪ ਤੋੜੀ ਸੀ ਇਹ ਸਗਾਈ, ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਉਹ ਵੀ ਬਹੁਤਾ ਦੇਰ ਰਹਿ ਨਹੀਂ ਪਾਏ। ਔਰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਵੀ ਪਿੱਛੇ 15 ਕੁ ਦਿਨ ਪਹਿਲੇ ਇੱਕ ਮੀਟਿੰਗ ਵਿੱਚ ਕਿਹਾ ਸੀਗਾ ਕਿ ਅਸੀਂ ਸੋਚ ਰਹੇ ਹਾਂ ਪ੍ਰਸ਼ਾਂਤ ਕਿਸ਼ੋਰ ਉਹਨਾਂ ਨੂੰ ਦੁਬਾਰਾ ਹਾਇਰ ਕਰ ਲਈਏ। ਉਹ ਗੱਲ ਕਿੰਨੀ ਕੁ ਅੱਗੇ ਇਹ ਤੇ ਨਹੀਂ ਪਤਾ, ਪਰ ਇਹ ਜਿਹੜੀ ਸੁਨੀਲ ਕੋਨੂਗਲ ਵਾਲੀ ਗੱਲ ਹੈਗੀ ਹੈ, ਇਹ ਜਿਹੜੇ ਸਾਡੇ ਸੂਤਰਾਂ ਨੇ ਦੱਸੀ ਹੈ, ਔਰ ਤੁਹਾਨੂੰ ਵੀ ਇਸ ਬਾਰੇ 'ਚ ਫੋਨ ਆਇਆ, ਉਹ ਲੱਗਦਾ ਹੈ ਕਿ ਬਈ ਆਹ ਕੰਮ ਮੁੱਕ ਗਿਆ, ਕਿਉਂਕਿ ਅੱਗੇ ਆਸ ਬਹੁਤੀ ਅਕਾਲੀ ਦਲ ਨੂੰ ਨਹੀਂ ਨਜ਼ਰ ਆਉਂਦੀ। ਔਰ ਇਸ ਕੰਪਨੀ ਨੇ ਵੀ ਕੋਈ ਸਰਵੇ ਕਰਾਏ ਹੋਣੇ, ਉਹਦੇ ਵਿੱਚ ਵੀ ਅਕਾਲੀ ਦਲ ਨੂੰ ਕੋਈ ਬਹੁਤ ਉੱਤੇ ਨਹੀਂ ਦਿਖਾਇਆ ਗਿਆ। ਔਰ ਹਾਲਾਂਕਿ ਹੁੰਦਾ ਕੀ ਹੈ ਕਿ ਸਿਆਸੀ ਆਗੂ, ਔਰ ਖਾਸ ਕਰਕੇ ਉਹ ਆਗੂ ਜਿਹੜਾ ਪਾਰਟੀ ਦੇ ਵਿੱਚ ਆਪਣੇ ਆਪ ਵਿੱਚ ਸੁਪਰੀਮੋ ਹੋਏ, ਉਹਨੂੰ ਕਦੀ ਆਪਣੇ ਵਿਰੁੱਧ ਗੱਲਾਂ ਪਸੰਦ ਨਹੀਂ ਆਉਂਦੀਆਂ। ਸ਼ਾਇਦ ਕੋਨੂਗਲ ਉਹਨਾਂ ਨੇ
ਭੋਲੇ ਭਾਵ ਦੇ ਵਿੱਚ ਕੁਝ ਐਦਾਂ ਦੀ ਗੱਲਾਂ ਦੱਸ ਦਿੱਤੀ ਹੋਣੀ ਹੈ ਜਿਹੜੀ ਜੀ ਸੁਖਬੀਰ ਬਾਦਲ ਉਹਨਾਂ ਨੂੰ ਪਸੰਦ ਨਹੀਂ ਆਈ ਹੋਣੀ, ਤੇ ਉਹਨਾਂ ਦਾ ਹੁਣ ਠੇਕਾ ਖਤਮ ਹੋਣ ਦੇ ਕਗਾਰ ਤੇ ਹੈਗਾ। ਜੀ ਭਾਸਕਰ ਸਾਹਿਬ, ਇੱਕ ਪਹਿਲੂ ਇਹਦਾ ਇਹ ਵੀ ਹੋ ਸਕਦਾ ਹੈ ਕਿ ਹੁਣ ਸ਼ਾਇਦ ਜਿੰਨੇ ਨਤੀਜੇ ਵਧੀਆ ਆਉਣੇ ਮੰਗਦੇ ਸੀ ਜਾਂ ਆਉਣੇ ਚਾਹੀਦੇ ਸੀ ਉਹ ਨਾ ਆਉਣ ਕਰਕੇ ਉਹਦਾ ਜਿਹੜਾ ਵਰਕ ਫੋਰਸ ਹੈ ਉਹਨੂੰ ਘਟਾਇਆ ਗਿਆ ਹੋਵੇ। ਇਹ ਵੀ ਹੋ ਸਕਦਾ ਹੈ ਕਿ ਕੰਮ ਨੂੰ ਸੀਮਤ ਕਰ ਲਿਆ ਜਾਵੇ, ਕਿਉਂਕਿ ਵੈਸੇ ਤਾਂ ਇਹ ਕੰਪਨੀਆਂ ਇਹੋ ਜਿਹੀਆਂ ਨੇ ਕਿ ਜਾਂ ਤਾਂ ਇਹ ਫੁੱਲ ਸਵਿੰਗ ਤੇ ਕਰਦੀਆਂ ਜਾਂ ਛੱਡ ਦਿੰਦੀਆਂ, ਵਿੱਚ ਵਿਚਾਲੇ ਵਾਲੀ ਰਣਨੀਤੀ ਤਾਂ ਹੁੰਦੀ ਨਹੀਂ। ਜਿਹੜੇ ਅੱਜ ਕੱਲ ਚੋਣ ਰਣਨੀਤੀਕਾਰ ਹਾਇਰ ਕੀਤੇ ਜਾਂਦੇ ਪਾਰਟੀਆਂ ਵੱਲੋਂ, ਉਹਨਾਂ ਦਾ ਇੱਕ ਤੈਅ ਰੇਟ ਆ, ਉਹ ਸੀਟ ਦੇ ਹਿਸਾਬ ਨਾਲ ਵੀ ਹੁੰਦਾ ਹੈ ਤੇ ਉਹ ਕੋਈ ਲੰਮਸਮ ਵੀ ਹੁੰਦਾ। ਕਈ ਵਾਰੀ ਉੱਕਾ ਪੁੱਕਾ ਜਿਹਨੂੰ ਕਹਿੰਦੇ ਆ ਉਹ ਵੀ ਕਰ ਲੈਂਦੇ ਆ ਵੀ ਇੰਨੇ 100 ਤੇ। ਪਰ ਹੁਣ ਵੇਖਣ ਵਾਲੀ ਗੱਲ ਆ ਕਿ ਜੇਕਰ ਇਹ ਸੱਚਮੁੱਚ ਤੋੜ ਵਿਛੋੜਾ ਹੋ ਰਿਹਾ ਤਾਂ ਇਹਦੀ ਬੁਨਿਆਦ ਕੀ ਆ? ਪਹਿਲਾਂ ਇਹਦੀ ਬੁਨਿਆਦ ਕੀ ਸੀਗੀ ਜਦੋਂ ਇਹ ਹਾਇਰ ਕੀਤੀ ਗਈ ਕੰਪਨੀ, ਔਰ ਕਿੰਨਾ ਮੁੱਦਿਆਂ ਦੇ ਉੱਤੇ? ਲੇਕਿਨ ਹੁਣ ਜੇ ਆਪਸੀ ਤੋੜ ਵਿਛੋੜਾ ਹੁੰਦਾ ਹੈ ਤਾਂ ਕਿੱਥੇ ਜਾ ਕੇ ਬੇਭਰੋਸਗੀ ਪੈਦਾ ਹੋਈ, ਜਾਂ ਪੰਜਾਬ ਦੇ ਮਾਹੌਲ ਨੂੰ ਸਮਝਣ ਦੇ ਵਿੱਚ, ਜਾਂ ਇਹ ਬੜੇ ਸਾਰੇ ਵਿੱਚ ਝੋਲ ਨੇ। ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਨ੍ਹਾਂ ਤੇ ਟਿੱਪਣੀ ਕੀਤੀ ਜਾ ਸਕਦੀ ਹੈ, ਪਰ ਪ੍ਰਾਈਵੇਟ ਖੇਤਰ ਇਹਦੇ ਉੱਤੇ ਜ਼ਿਆਦਾ ਗੱਲ ਕਰਨੀ ਮੈਨੂੰ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਵਾਪਰਦੀਆਂ ਚਲੇ ਜਾਂਦੀਆਂ। ਪਰ ਅਕਾਲੀ ਦਲ ਜਿਸ ਜ਼ਮੀਨ ਦੇ ਉੱਤੇ ਅੱਗੇ ਵਧਣਾ ਚਾਹੁੰਦਾ ਉਹਨੂੰ ਹੋਰ ਵਰਕ ਕਰਨ ਦੀ ਲੋੜ ਆ, ਉੱਥੇ ਮਿਹਨਤ ਦੀ ਬਹੁਤ ਜ਼ਿਆਦਾ ਲੋੜ ਆ। ਲੇਕਿਨ ਮੈਂ ਥੋੜਾ ਜਿਹਾ ਅੱਗੇ ਜਾਊਂਗਾ ਕਿ ਅੱਜ ਮਾਣਯੋਗ ਉੱਚ ਅਦਾਲਤ ਵਿੱਚ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਵਕੀਲਾਂ ਰਾਹੀਂ ਆਪਣਾ ਪੱਖ ਰੱਖਣ ਲਈ, ਧਿਰ ਬਣਾਉਣ ਲਈ ਚਾਰਾਜੋਈ ਕੀਤੀ ਗਈ, ਜਿਹਦੇ ਉੱਤੇ ਨਸ਼ਿਆਂ ਦੇ ਮਾਮਲੇ ਵਾਲੀ ਜਿਹੜੀ ਸੁਣਵਾਈ ਸੀ ਉਹ ਦਸੰਬਰ ਦੀ ਡੇਟ ਪੈ ਗਈ। ਹੁਣ ਇਹਦੇ ਉੱਤੇ ਅੰਦਰ ਕੀ ਹੋਇਆ ਮੈਨੂੰ ਜ਼ਰਾ ਖੋਲ ਕੇ ਦੱਸਿਓ। ਕਾਰਨ ਇਹ ਆ ਕਿ ਅਸੀਂ ਅਦਾਲਤਾਂ ਦੀ ਮਰਿਆਦਾ ਨੂੰ ਵੀ ਧਿਆਨ 'ਚ ਰੱਖਣਾ ਹੁੰਦਾ ਹੈ, ਲੇਕਿਨ ਇਹ ਮੁੱਦੇ ਸਮਾਜਿਕ ਨੇ, ਇਹਨਾਂ ਤੋਂ ਪਾਸਿਓਂ ਦੀ ਲੰਘਿਆ ਵੀ ਨਹੀਂ ਜਾ ਸਕਦਾ। ਕੀ ਕਹਿੰਦੇ ਹੋ? ਦੇਖੋ, ਅੱਜ ਜਿਹੜੀ ਕੱਲ ਖਬਰ ਛਪੀ ਸੀਗੀ ਕਿ ਜਿਹੜੇ ਬਿਕਰਮ ਸਿੰਘ ਮਜੀਠੀਆ ਆਪਣੇ ਵਕੀਲ RS ਚੀਮਾ ਦੇ ਰਾਹੀਂ ਇੱਕ ਪਟੀਸ਼ਨ ਦਾਖਲ ਕਰ ਰਹੇ ਨੇ, ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਹਰਪ੍ਰੀਤ ਸਿੱਧੂ ਇਹ ਰਲ ਕੇ ਉਹਨਾਂ ਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਸ ਕੇਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਵੀ ਪਾਰਟੀ ਬਣਾਇਆ ਗਿਆ ਹੈ। ਇਹਨੂੰ ਕਹਿੰਦੇ ਨੇ ਲੀਗਲ ਲੈਂਗੁਏਜ ਦੇ ਵਿੱਚ ਕੈਵੀਏਟ, ਯਾਨੀ ਕੋਈ ਵੀ ਫੈਸਲਾ ਸੁਣਾਉਣ ਤੋਂ ਪਹਿਲੇ ਉਹਨਾਂ ਨੇ ਆਪਣੇ ਆਪ ਨੂੰ ਪਾਰਟੀ ਬਣਾਉਣ ਦੀ ਇੱਕ ਪਟੀਸ਼ਨ ਦਾਖਲ ਕੀਤੀ ਸੀਗੀ। ਉਸ ਪਟੀਸ਼ਨ ਦਾ ਜਿਹੜਾ ਵਿਰੋਧ ਸੀਗਾ, ਅੱਜ ਸਰਕਾਰੀ ਵਕੀਲ ਦੁਸ਼ਯੰਤ ਦਵੇ, ਬੜੇ ਵੱਡੇ ਵਕੀਲ ਨੇ, ਦਿੱਲੀ ਦੇ ਬਹੁਤ ਵੱਡੇ ਵਕੀਲ ਨੇ, ਉਹਨਾਂ ਨੂੰ ਸਰਕਾਰ ਨੇ ਹਾਇਰ ਕੀਤਾ ਸੀਗਾ ਤੇ ਉਹਨਾਂ ਨੇ ਇਸ ਪਟੀਸ਼ਨ ਨੂੰ ਐਡਮਿਟ ਕਰਨ ਦੇ ਖਿਲਾਫ ਬੜੀ ਪੁਰਜ਼ੋਰ ਬਹਿਸ ਕੀਤੀ। ਪਰ ਬਹਿਸ ਹੋਣ ਤੋਂ ਬਾਅਦ ਉਹ ਪਟੀਸ਼ਨ ਐਡਮਿਟ ਹੋਈ ਜਾਂ ਨਹੀਂ ਹੋਈ, ਇਹਦੀ ਹਜੇ ਕੋਈ ਖਾਸ ਖਬਰ ਤੇ ਨਹੀਂ ਲੱਗ ਪਾਈ। ਪਰ 6 ਦਸੰਬਰ ਦੀ ਨਵੀਂ ਡੇਟ ਪੈ ਗਈ, ਜਿਹਦੇ ਵਿੱਚ ਨਵਕਿਰਨ ਸਿੰਘ ਜਿਨ੍ਹਾਂ ਨੇ ਪਹਿਲੇ ਪਟੀਸ਼ਨ ਪਾਈ ਸੀਗੀ ਇਸ ਕੇਸ ਦੇ ਉੱਤੇ, ਇਸ ਬੰਦ ਲਿਫਾਫਿਆਂ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਜਿਹੜੀ ਮੰਗ ਕੀਤੀ ਸੀਗੀ, ਉਹਦੇ ਉੱਤੇ ਕਿਹਾ ਜਾਂਦਾ ਹੈ ਕਿ ਵੀ ਅੱਜ ਕੋਈ ਨਵੇਂ ਜੱਜ ਸੀਗੇ ਔਰ ਉਹਨਾਂ ਨੇ 6 ਤਰੀਕ ਤੱਕ ਦਾ ਟਾਈਮ ਮੰਗਿਆ ਕਿ ਤਦ ਤੱਕ ਆਪਾਂ ਜਿੰਨੀ ਵੀ ਰਿਪੋਰਟਾਂ ਹੈਗੀਆਂ ਸਾਰੀ ਪੜ੍ਹ ਲੈਣੇ ਆ, ਉਸ ਤੋਂ ਬਾਅਦ ਕੋਈ ਫੈਸਲਾ ਲੈਣ ਦੇ ਅਸੀਂ ਸਥਿਤੀ 'ਚ ਹੋਵਾਂਗੇ। ਯਾਨੀ ਫਿਲਹਾਲ ਅੱਜ ਹੈਗੀ ਹੈ 18 ਨਵੰਬਰ, 6 ਦਸੰਬਰ ਤੱਕ ਇਹ ਡੇਟ ਪੈ ਗਈ। ਜੇ ਇੱਕ ਡੇਟ ਵੀ ਹੋਰ ਪੈ ਗਈ, ਯਾਨੀ 6 ਦਸੰਬਰ ਨੂੰ ਕੋਈ ਫੈਸਲਾ ਤੇ ਹੋਣਾ ਨਹੀਂ। ਜੇ ਬੰਦ ਲਿਫਾਫੇ ਖੁੱਲੇ ਤੇ ਖੁੱਲਣ ਤੋਂ ਬਾਅਦ ਇਨਵੈਸਟੀਗੇਸ਼ਨ ਜਾਰੀ ਹੋਈ ਜਾਂ ਇਨਵੈਸਟੀਗੇਸ਼ਨ ਕੀਤੀ ਤੇ ਇਹਦਾ ਫੈਸਲਾ ਘੱਟ ਤੋਂ ਘੱਟ ਇਸ ਸਰਕਾਰ ਦੇ ਟੈਨਿਓਰ ਦੇ ਵਿੱਚ ਹੁੰਦਾ ਲੱਗਦਾ ਨਹੀਂ, ਔਰ ਇਸ ਕੇਸ ਦਾ ਤੇ ਬਿਲਕੁਲ ਹੀ ਨਹੀਂ ਲੱਗਦਾ, ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਦਸੰਬਰ ਦੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਐਤਕੀ ਕੋਡ ਛੇਤੀ ਲੱਗ ਜਾਣਾ ਔਰ ਜਨਵਰੀ ਦੇ ਲਾਸਟ ਵੀਕ ਦੇ ਵਿੱਚ ਇਲੈਕਸ਼ਨ ਹੋਣ ਦੀ ਉਮੀਦ ਹੈ। ਏਦਾਂ ਦੀ ਖਬਰਾਂ ਪੋਲੀਟੀਕਲ ਸਰਕਲ ਦੇ ਵਿੱਚ ਹੈਗੀਆਂ। ਭਾਸਕਰ ਸਾਹਿਬ, ਇਹਦੇ ਚ ਭਾਸਕਰ ਸਾਹਿਬ ਤੁਹਾਨੂੰ ਯਾਦ ਹੋਵੇ ਕਿ ਸੁਮਿਤ ਸਿੰਘ ਸੈਣੀ ਦੇ ਮਾਮਲੇ 'ਚ, ਜਿਹਦੇ ਵਿੱਚ ਜਿਹੜੇ ਹੁਣੇ ਸਰਕਾਰ ਨਾਲੋਂ ਵੱਖ ਹੋਏ ਆ ਐਡਵੋਕੇਟ APS ਦਿਓਲ, ਉਹਨਾਂ ਨੇ ਸੁਮਿਤ ਸਿੰਘ ਸੈਣੀ ਵੱਲੋਂ ਜਿਹੜਾ ਪੇਸ਼ ਹੋਏ ਸੀਗੇ, ਜਿੱਥੇ ਇੱਕ ਬਲੈਂਕਟ ਬੇਲ ਮਿਲੀ ਸੀ ਕਿ ਵਿਧਾਨ ਸਭਾ ਦੀਆਂ ਚੋਣਾਂ ਤੱਕ ਉਹਨਾਂ ਨੂੰ ਕਿਸੇ ਵੀ ਕੇਸ ਦੇ ਵਿੱਚ ਤੁਸੀਂ ਨਹੀਂ ਉਲਝਾਓਗੇ। ਇਹ ਸ਼ਾਇਦ ਇਸ ਤਰ੍ਹਾਂ ਦੀ ਕੋਈ ਉਸ ਫੈਸਲਾ ਸੀਗਾ। ਔਰ ਇਹ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਹੈ, ਸ਼ਾਇਦ ਉਸ ਨਜ਼ਰੀਏ ਤੋਂ ਇਹ ਵੀ ਬੜੀ ਅਹਿਮ ਆ ਕਿ ਜੇਕਰ ਇਹਨੂੰ ਟੋਟਲ ਸਿਆਸੀਕਰਨ ਦੇ ਨਜ਼ਰੀਓਂ ਪੇਸ਼ ਕੀਤਾ ਗਿਆ, ਜਿਸ ਤਰ੍ਹਾਂ ਦੀਆਂ ਪਟੀਸ਼ਨ ਦੇ ਵਿੱਚ ਜੋ ਕੁਝ ਲਿਖਿਆ ਗਿਆ, ਇਹਦਾ ਮਤਲਬ ਹੈ ਕਿ ਜੇਕਰ ਇਹਨੂੰ ਸਿਆਸੀ ਬਦਲਾਖੋਰੀ ਵਾਲੇ ਨਜ਼ਰੀਏ ਤੋਂ ਅਦਾਲਤ ਵੇਖਦੀ ਹੈ, ਜੇਕਰ ਇਹ ਉਸ ਨਜ਼ਰੀਏ ਤੋਂ ਦੇਖਿਆ ਜਾਂਦਾ ਤਾਂ ਕੁਦਰਤੀ ਤੌਰ ਤੇ ਇਲੈਕਸ਼ਨ ਤੱਕ ਤੇ ਕੁਝ ਹੋਣ ਵਾਲਾ ਨਹੀਂ।
ਹੁਣ ਸਰਕਾਰ ਆਪਣੇ ਪੱਧਰ ਤੇ ਕੀ ਕਰ ਸਕਦੀ ਹੈ ਜਦੋਂ ਏਡੇ ਏਡੇ ਵੱਡੇ ਵਕੀਲ ਪੇਸ਼ ਹੋ ਰਹੇ ਆ, ਦੁਸ਼ਯੰਤ ਦਵੇ ਵਰਗੇ ਲੋਕ ਆ ਕੇ ਪੇਸ਼ ਹੋ ਰਹੇ ਸਰਕਾਰ ਵੱਲੋਂ। ਜਿਵੇਂ ਕੱਲ ਇੱਕ ਇੰਟਰਵਿਊ 'ਚ ਚੰਨੀ ਸਾਹਿਬ ਨੇ ਵੀ ਕਿਹਾ ਸੀਗਾ ਕਿ ਦਿੱਲੀ ਤੋਂ ਵਕੀਲ ਆ ਰਹੇ ਆ। ਸੋ ਮੇਰਾ ਬਹੁਤ ਸਾਫ਼ ਜਿਹਾ ਮਤਲਬ ਹੈ ਕਿ ਡਿਲੇ ਟੈਕਟਿਸ ਕੇਸ ਨੂੰ ਅੱਗੇ ਉਲਝਾਉਣ, ਅੱਗੇ ਤੱਕ ਵਧਾਉਣ ਦੀ ਗੱਲ, ਜਿਹੜਾ ਅੱਗੇ ਵੀ ਪਹਿਲਾਂ 3 ਸਾਲ ਕੋਵਿਡ ਕਰਕੇ ਜਾਂ ਹੋਰ ਕਾਰਨਾਂ ਕਰਕੇ 3 ਸਾਲ ਤੋਂ ਪੈਂਡਿੰਗ ਚੱਲਿਆ ਆਉਂਦਾ। ਸੋ ਸਿਰਫ ਇਹ ਸਿਆਸੀ ਫੁੱਟਬਾਲ ਵਾਂਗ ਇਹ ਗੱਲ ਇੱਧਰ ਉੱਧਰ ਵੱਧਦੀ ਪਈ ਆ। ਹਾਲਾਂਕਿ ਮਾਣਯੋਗ ਅਦਾਲਤਾਂ ਦਾ ਆਪਣਾ ਤੌਰ ਤਰੀਕਾ ਹੁੰਦਾ ਹੈ, ਪਰ ਇੰਨਾ ਡਿਲੇ ਵੀ ਜਿਹੜਾ ਕਈ ਵਾਰੀ ਇਸ ਜਿਹੜੀ ਜਿਸ ਤਰ੍ਹਾਂ ਦੇ ਲੋਕ ਸ਼ਾਮਲ ਹੋ ਜਾਂਦੇ ਆ ਵਿੱਚ, ਜਾਂ ਵੱਖ-ਵੱਖ ਧਿਰਾਂ ਉਹਦੇ 'ਚ ਅੱਗੇ ਅੱਗੇ ਉਲਝਣ ਤੋਂ ਉਲਝਣ ਪਈ ਜਾਂਦੀ ਹੈ। ਖੈਰ ਮੈਂ ਇਸ ਤੋਂ ਅੱਗੇ ਜਾਣਾ ਚਾਹੂੰਗਾ ਕਿ ਅੱਜ ਮਾਣਯੋਗ ਮੁੱਖ ਮੰਤਰੀ ਸਾਹਿਬ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਗਏ, ਇਕੱਲੇ ਗਏ, ਨਾਲ ਉਹਨਾਂ ਦੇ ਪ੍ਰਧਾਨ ਸਾਹਿਬ ਸਿੱਧੂ ਸਾਹਿਬ ਨਹੀਂ ਗਏ। ਸਿੱਧੂ ਸਾਹਿਬ ਕਿਉਂ ਨਹੀਂ ਗਏ, ਇਹਦੇ ਵਿੱਚ ਕੀ ਕਾਰਨ ਆ? ਉਹਨਾਂ ਨੂੰ ਵਿਦੇਸ਼ ਮੰਤਰਾਲੇ ਨੇ ਆਗਿਆ ਨਹੀਂ ਦਿੱਤੀ। ਕਿਉਂ ਨਹੀਂ ਦਿੱਤੀ, ਕੀ ਕਾਰਨ ਹੋਣਗੇ? ਕੋਈ ਕਾਰਨ ਹੈਗਾ ਤੇ ਦੱਸਿਓ। ਚਿਹਰਿਆਂ ਦੀ ਰਾਜਨੀਤੀ ਵੀ ਹੈ, ਜਾਊਗਾ 2 ਜਣੇ ਜਾਣਗੇ ਤੇ ਉਹਨਾਂ ਚੋਂ ਇੱਕ ਨਾ ਉੱਭਰ ਜਾਵੇ। ਜੇ ਦੋਵੇਂ ਉੱਭਰਦੇ ਆ ਤਾਂ ਕਿਸ ਰੂਪ ਚ ਉੱਭਰਦੇ ਆ? ਜਿਹੜਾ ਵੋਕਲ ਹੋਊਗਾ ਉਹ ਜ਼ਿਆਦਾ ਫੁਟੇਜ ਵੀ ਖਾਊਗਾ। ਸਿੱਧੂ ਸਾਹਿਬ ਔਰ ਚੰਨੀ ਸਾਹਿਬ ਦਾ ਇੱਕ ਪਲੇਟਫਾਰਮ ਤੇ ਅਹਿਮ ਦਿਨ ਤੇ ਇਕੱਠੇ ਨਜ਼ਰ ਨਾ ਆਉਣਾ, ਇਹਦੇ ਕੋਈ ਅਰਥ ਲਈਏ? ਬਿਲਕੁਲ ਅਰਥ ਤੇ ਬਣਦੇ ਨੇ। ਦੇਖੋ ਨਾਰਮਲੀ ਇਹ ਹੁੰਦਾ ਹੈ ਕਿ ਮੁੱਖ ਮੰਤਰੀ ਜਦ ਇਸ ਤਰ੍ਹਾਂ ਦੇ ਡੈਲੀਗੇਸ਼ਨ ਨੂੰ ਲੀਡ ਕਰਦੇ ਆ ਤੇ ਉਹ ਆਪਣੇ ਲਿਸਟ ਇੱਕ ਕੇਂਦਰ ਸਰਕਾਰ ਨੂੰ ਭੇਜਦੇ ਨੇ ਕਿ ਵੀ ਸਾਡਾ ਇਹ ਡੈਲੀਗੇਸ਼ਨ, ਇਹ VIP ਦੀ ਸਾਡੀ ਲਿਸਟ ਹੈਗੀ ਹੈ, ਇਹ ਡੈਲੀਗੇਸ਼ਨ ਸਾਡਾ ਕਰਤਾਰਪੁਰ ਕੋਰੀਡੋਰ ਦੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਏਗਾ। ਉਹਦੇ ਵਿੱਚ ਉਸ ਲਿਸਟ ਦੇ ਵਿੱਚ ਜਿਹੜਾ ਨਵਜੋਤ ਸਿੰਘ ਸਿੱਧੂ, ਉਹਨਾਂ ਦੇ ਮੀਡੀਆ ਐਡਵਾਈਜ਼ਰ ਨੇ ਸੁਰਿੰਦਰ ਦੱਲਾ, ਉਹਨਾਂ ਦਾ ਇੱਕ ਬਿਆਨ ਛਪਿਆ ਹੋਇਆ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੇ ਆਪਣੇ ਸਾਰੇ ਡਾਕੂਮੈਂਟ ਪੰਜਾਬ ਸਰਕਾਰ ਨੂੰ ਦੇ ਦਿੱਤੇ ਸੀਗੇ ਔਰ ਉਹਨਾਂ ਨੇ ਤਿਆਰੀ ਵੀ ਕਰ ਲਈ ਸੀਗੀ ਅੱਜ, ਯਾਨੀ ਅੱਜ ਇਸ ਡੈਲੀਗੇਸ਼ਨ ਦੇ ਵਿੱਚ ਨਾਲ ਜਾਣ ਦੀ। ਲੇਕਿਨ ਰਾਤ ਨੂੰ ਉਹਨਾਂ ਨੂੰ ਦੱਸਿਆ ਗਿਆ ਕਿ ਬਈ ਆ ਜਿਹੜਾ ਤੁਹਾਡਾ ਨਾਂ ਇਹਦੇ ਵਿੱਚੋਂ ਕੱਢ ਦਿੱਤਾ ਗਿਆ ਔਰ ਤੁਹਾਨੂੰ ਪਰਮਿਸ਼ਨ 20 ਤਰੀਕ ਦੀ ਮਿਲੀ ਹੈ। ਔਰ ਜਦ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਤਦ ਇਹ ਗੱਲ ਕਹੀ ਸੀ ਉਹਨਾਂ ਨੇ ਕਿ ਮੈਂ ਆਪਣੀ ਪੂਰੀ ਕੈਬਨਿਟ ਦੇ ਨਾਲ 18 ਤਰੀਕ ਨੂੰ ਕਰਤਾਰਪੁਰ ਗੁਰਦੁਆਰੇ ਜਾਊਂਗਾ। ਔਰ ਅੱਜ ਸਿਰਫ 3 ਮੰਤਰੀ ਉਹਨਾਂ ਦੇ ਨਾਲ ਗਏ, ਬਾਕੀ ਅਫਸਰ ਵਗੈਰਾ ਤੇ ਸਾਰੇ ਸੀਗੇ, ਪਰ ਅੱਜ ਸਿਰਫ 3 ਮੰਤਰੀ ਗਏ। ਕੁਝ ਮੰਤਰੀ ਕੱਲ ਜਾ ਰਹੇ ਨੇ ਔਰ ਕੁਝ ਸਿੱਧੂ ਦੇ ਨਾਲ ਕਾਫੀ ਸਾਰੇ ਬੰਦੇ ਪਰਸੋਂ ਜਾ ਰਹੇ ਨੇ, ਜਿਹਦੇ ਵਿੱਚ ਪ੍ਰਗਟ ਸਿੰਘ, ਰਾਜਾ ਵੜਿੰਗ, ਹੋਰ ਵੀ ਕਈ ਮੰਤਰੀਆਂ ਦੇ ਨਾਂ ਨੇ, ਕੁਲਬੀਰ ਜੀਰਾ ਵੀ ਉਹਦੇ ਵਿੱਚ ਹੈਗਾ। ਹੁਣ ਕੁਲਬੀਰ ਜੀਰਾ ਉਹਨਾਂ ਦੇ ਬਾਰੇ ਚ ਸਾਡੇ ਜਿਹੜੇ ਪੋਲੀਟੀਕਲ ਸਰਕਲ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਜਿਹਦੀ ਗੁੱਡੀ ਚੜਨ ਵਾਲੀ ਹੁੰਦੀ ਹੈ, ਕੁਲਬੀਰ ਜੀਰਾ ਉਹਨਾਂ ਉੱਥੇ ਨਜ਼ਰ ਆਉਂਦੇ ਨੇ। ਜਿੱਦਾਂ ਜਾਖੜ ਸਾਹਿਬ ਦੇ ਬਾਰੇ ਚ ਵੀ ਕਹਿੰਦੇ ਸੀ ਨਾ ਪਹਿਲੇ ਕਿ ਜਦ ਸਰਕਾਰ ਜਿਹਦੀ ਬਣਨੀ ਹੁੰਦੀ ਹੈ ਤੇ ਫਿਰ ਜਾਖੜ ਸਾਹਿਬ ਇਲੈਕਸ਼ਨ ਹਾਰ ਜਾਂਦੇ ਹੁੰਦੇ। ਉਹੀ ਸੇਮ ਚੀਜ਼ ਹੈਗੀ ਹੈ ਕਿ ਕੁਲਬੀਰ ਜੀਰਾ ਜਿਸ ਤਰਫ ਨਜ਼ਰ ਆਉਂਦੇ ਨੇ ਉਸ ਬੰਦੇ ਦੀ ਗੁੱਡੀ ਚੜ ਰਹੀ ਹੁੰਦੀ ਹੈ। ਉਹੀ ਜੀਰੇ ਹੋਣਾ ਹੁਣ 20 ਤਰੀਕ ਨੂੰ, ਅੱਜ ਚੰਨੀ ਉਹਨਾਂ ਨਾਲ ਤਾਂ ਨਹੀਂ ਗਏ ਪਰ ਪਰਸੋਂ ਉਹ ਸਿੱਧੂ ਉਹਨਾਂ ਨਾਲ ਜਾ ਰਹੇ ਨੇ। ਚਲੋ ਇਹ ਤੇ ਇੱਕ ਚੁਣਾਵੀ ਮੌਸਮ ਹੈਗਾ, ਏਦਾਂ ਦੀ ਗੱਲਾਂ ਚਲੋ ਆਪਾਂ ਲਾਈਟਰ ਵੇਨ ਦੇ ਵਿੱਚ ਕਰ ਰਹੇ ਹਾਂ, ਪਰ ਇਹ ਗੱਲਾਂ ਕਿਸੇ ਨਾ ਕਿਸੇ ਜਗ੍ਹਾ ਪੋਲੀਟੀਕਲ ਸਰਕਲ ਦੇ ਵਿੱਚ ਡਿਸਕਸ ਹੁੰਦੀ ਹੈ ਔਰ ਉਹੀ ਗੱਲ ਪੋਲੀਟੀਕਲ ਸਰਕਲ ਤੋਂ ਕੱਢ ਕੇ ਮੈਂ ਤੁਹਾਨੂੰ ਇਸ ਪ੍ਰੋਗਰਾਮ ਦੇ ਰਾਹੀਂ ਦੱਸ ਰਿਹਾ। ਬਾਕੀ ਇਹ ਵੇ ਕਿ ਅੱਜ ਸਿੱਧੂ ਉਹਨਾਂ ਦਾ ਔਰ ਚੰਨੀ ਉਹਨਾਂ ਦਾ ਨਾਂ ਇਕੱਠੇ ਜਾਣਾ, ਇਹਦੇ ਪਿੱਛੇ ਕੋਈ ਨਾ ਕੋਈ ਝੋਲ ਤੇ ਹੈਗਾ। ਔਰ ਜਿਸ ਤਰੀਕੇ ਨਾਲ ਹੁਣ ਚਾਹੇ AG ਦੀ ਅਪਾਇੰਟਮੈਂਟ ਹੋਏ, ਉਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਦੇਖਿਆ ਕਿ ਵੀ ਅੱਜ ਅਖਬਾਰ ਦੇ ਵਿੱਚ ਖਬਰ ਛਪੀ ਹੋਈ ਹੈ ਕਿ ਪਟਵਾਲੀਆ ਉਹਨਾਂ ਦਾ AG ਬਣਨਾ ਲਗਭਗ ਤੈਅ ਵੇ। ਗਵਰਨਰ ਨੂੰ ਫਾਈਲ ਭੇਜ ਦਿੱਤੀ ਗਈ ਹੈ ਔਰ ਉਹ ਸਿੱਧੂ ਉਹਨਾਂ ਦੀ ਪਿਕ ਸੀਗੀ। ਜੇ ਏਦਾਂ ਹੁੰਦਾ ਹੈ ਕਿ ਤੁਹਾਨੂੰ ਸਿੱਧੂ ਉਹਨਾਂ ਕਿਸੇ ਨਾ ਕਿਸੇ ਜਗ੍ਹਾ ਚੰਨੀ ਉਹਨਾਂ ਦੇ ਨਾਲ ਜਿਹੜੀ ਇਹਨਾਂ ਦੀ ਰੱਸਾਕਸ਼ੀ ਚੱਲਦੀ ਸੀਗੀ ਉਹਦੇ ਵਿੱਚ ਸਟਰੋਂਗ ਨਜ਼ਰ ਆਉਂਦੇ ਨੇ। ਹੁਣ 20 ਤਰੀਕ ਨੂੰ ਜਦ ਸਿੱਧੂ ਉਹਨਾਂ ਡੈਲੀਗੇਸ਼ਨ ਲੈ ਕੇ ਉੱਥੇ ਜਾਂਦੇ ਨੇ, ਜੇ ਅੱਗੇ ਕਿਤੇ ਇਮਰਾਨ ਖਾਨ ਉਹਨਾਂ ਆਪ ਆਉਂਦੇ ਨੇ ਆਪਣੇ ਯਾਰ ਨੂੰ ਮਿਲਣ, ਤੁਸੀਂ ਇਹ ਦੇਖੋ ਕਿ ਸਾਰੀ ਬੱਲੇ ਬੱਲੇ, ਸਾਰੀ ਵਾਹ ਵਾਹੀ ਉਹ ਸਿੱਧੂ ਉਹਨਾਂ ਲੈ ਜਾਣਗੇ ਔਰ ਉਹ ਇੱਕ ਇੰਟਰਨੈਸ਼ਨਲ ਖਬਰ ਬਣੇਗੀ ਜੇ ਇਮਰਾਨ ਖਾਨ ਆਪ ਆ ਜਾਂਦੇ। ਹਜੇ ਆਣਗੇ ਨਹੀਂ ਆਣਗੇ ਏਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ। ਔਰ ਜੋ ਵੈਲਕਮ ਸਿੱਧੂ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਮਿਲੇਗਾ ਉਹ ਚੰਨੀ ਉਹਨਾਂ ਨੂੰ ਅਗਰ ਨਹੀਂ ਮਿਲਦਾ ਔਰ ਦੋਨੋਂ ਇਕੱਠੇ ਹੁੰਦੇ ਨੇ ਤੇ ਇਹਦੇ ਵਿੱਚ ਮੁੱਖ ਮੰਤਰੀ ਦਾ ਕੱਦ ਥੋੜਾ ਜਿਹਾ ਡਾਊਨ ਹੁੰਦਾ ਹੈ। ਮੈਨੂੰ ਇਹ ਲੱਗਦਾ ਹੈ ਕਿ ਹੋ ਸਕਦਾ ਦੋਨਾਂ ਨੇ ਮਿਲ ਕੇ ਇਹ ਸਲਾਹ ਕੀਤੀ ਹੋਏ ਕਿ ਤੁਹਾਡਾ ਵੀ ਕੱਦ ਕੱਠ ਬਣਿਆ ਰਹੇ ਤੇ ਜਿਹੜਾ ਮੈਨੂੰ ਵੀ ਮਾਨ ਸਨਮਾਨ ਮਿਲਣਾ ਉਹ ਵੀ ਮਿਲ ਜਾਏ, ਤੇ ਇਸ ਕਰਕੇ ਆਪਾਂ ਵੱਖ-ਵੱਖ ਡੇਟਾ ਤੇ ਜਾਂਦੇ ਆ। ਪਰ ਫਿਲਹਾਲ ਜਿਹੜੀ ਗੱਲ ਬਾਹਰ ਨਿਕਲ ਕੇ ਆਈ ਹੈ ਕਿ ਸਿੱਧੂ ਉਹਨਾਂ ਦਾ ਲਾਸਟ ਮਿੰਟ ਦੇ ਵਿੱਚ ਉਸ ਲਿਸਟ ਵਿੱਚੋਂ ਨਾਂ ਕੱਢ ਕੇ 20 ਤਰੀਕ ਵਾਲੀ ਲਿਸਟ 'ਚ ਪਾ ਦੇਣਾ, ਉਹਦੇ ਪਿੱਛੇ ਕੋਈ ਆਪਸੀ ਅੰਡਰਸਟੈਂਡਿੰਗ ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ, ਇਹ ਤੇ ਹੁਣ ਉਹੀ ਜਾਣ।
ਬਿਲਕੁਲ, ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੁਣ ਜਦੋਂ ਕਿ ਅਸੀਂ ਦੇਰ ਸ਼ਾਮ ਦਾ ਸਮਾਂ ਹੈ, 7 ਵੱਜਣ ਨੂੰ ਨੇ, ਔਰ ਅਸੀਂ ਉਦੋਂ ਤੱਕ ਸ਼੍ਰੋਮਣੀ ਕਮੇਟੀ ਦੀ ਜਥੇ ਨੂੰ ਵੀ ਪ੍ਰਵਾਨਗੀ ਨਹੀਂ ਮਿਲੀ, ਜਿਹਨੇ ਕੱਲ ਜਾਣਾ ਸੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਸਾਹਿਬਾ ਬੀਬੀ ਜਗੀਰ ਕੌਰ ਦੀ ਅਗਵਾਈ 'ਚ। ਉਹ ਵੀ ਹੁਣ ਤੱਕ ਕੇਂਦਰ ਵੱਲੋਂ ਜਾਂ ਸੰਬੰਧਿਤ ਮਹਿਕਮੇ ਵੱਲੋਂ ਉਹਨਾਂ ਨੂੰ ਉਹ ਲਿਸਟ ਜਾਂ ਪ੍ਰਵਾਨਗੀ ਨਹੀਂ ਮਿਲੀ, ਉਡੀਕ ਹੈ। ਇਸੇ ਤਰ੍ਹਾਂ ਜਦੋਂ ਹੁਣ ਇਹ ਸਾਡੇ ਜਿੰਨੇ ਵੀ ਲੀਡਰ ਆ, ਜਿੱਦਾਂ ਪਹਿਲੀ ਵਾਰੀ ਲਾਂਘਾ ਖੁੱਲਿਆ ਸੀ ਉਦੋਂ ਵੀ ਸਾਰੇ ਚਾਅ ਨਾਲ ਗਏ, ਹੁਣ ਵੀ ਗਏ, ਲੇਕਿਨ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਕਿ ਜਿਹੜਾ ਡੇਰਾ ਬਾਬਾ ਨਾਨਕ ਦੀ ਇਸ ਧਰਤੀ ਦਾ ਇਹ ਸਥਾਨ ਹੈ, ਉੱਥੇ ਤੁਸੀਂ ਸਹੂਲਤਾਂ ਕਿਵੇਂ ਦੇ ਸਕਦੇ ਹੋ। ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਨੂੰ ਜਾਂਦੀ ਸੜਕ ਜਿਹੜੀ ਵਾਇਆ ਫਤਿਹਗੜ੍ਹ ਚੂੜੀਆਂ, ਉਹਦਾ ਬਹੁਤ ਬੁਰਾ ਹਾਲ ਹੈ, ਬਹੁਤ ਐਕਸੀਡੈਂਟ ਹੁੰਦੇ ਰਹਿੰਦੇ ਆ। ਉਹ 4 ਲੇਨ ਬਣਨੀ ਸੀ, ਅਜੇ ਤੱਕ ਉਹਦੇ ਤੇ ਪੂਣੀ ਨਹੀਂ ਕੱਤੀ ਗਈ। ਸਰਕਾਰਾਂ ਦਾਅਵੇ ਤੇ ਕਰਦੀਆਂ, ਲੇਕਿਨ ਕੰਮ ਕਰਨ ਲੱਗਿਆਂ ਬਹੁਤ ਡਿਲੇ ਆਉਂਦੀ ਹੈ। ਮੈਂ ਭਾਸਕਰ ਸਾਹਿਬ ਅਗਲੀ ਖਬਰ ਜਿਹੜੀ ਲੈਣੀ ਆ, ਉਹ ਮੈਂ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਕਿਹੜੇ 20-22 ਵਿਧਾਇਕਾਂ ਦੀ ਗੱਲ ਕਰਦੇ ਆ? ਤੁਸੀਂ ਇੱਕ ਇੰਟਰਵਿਊ ਦਾ ਜ਼ਿਕਰ ਕਰ ਰਹੇ ਸੀ, ਦੱਸਿਓ ਜ਼ਰਾ ਖੋਲ ਕੇ। ਅਜੇ ਵੀ 20-22 ਕੈਪਟਨ ਸਾਹਿਬ ਦੇ ਨਾਲ ਨੇ, ਇਹ ਕਿੱਥੋਂ ਨਿਕਲ ਆਏ? ਦੇਖੋ 20-22 ਦੀ ਫਿਗਰ ਤੇ ਕੈਪਟਨ ਸਾਹਿਬ ਅੱਜ ਦੇ ਟਾਈਮਸ ਆਫ ਇੰਡੀਆ ਦੇ ਵਿੱਚ ਇੱਕ ਪੂਰੇ ਪੇਜ ਦਾ ਉਹਨਾਂ ਦਾ ਇੰਟਰਵਿਊ ਛਪਿਆ ਹੈ। ਤੁਸੀਂ ਅਗਰ ਪੂਰੇ ਇੰਟਰਵਿਊ ਨੂੰ ਪੜ੍ਹੋ ਤੇ ਇੱਕ ਜਗ੍ਹਾ ਉਹ ਕੌਨਫੀਡੈਂਟ ਵੀ ਲੱਗਦੇ ਨੇ, ਕਈ ਜਗ੍ਹਾ ਉਹ ਫਰਸਟ੍ਰੇਟਡ ਵੀ ਲੱਗਦੇ ਨੇ। ਔਰ ਜਿੱਥੇ ਤੱਕ ਮੁੱਖ ਮੰਤਰੀ ਦੀ, ਜਦੋਂ ਮੁੱਖ ਮੰਤਰੀ ਹੁੰਦੇ ਸੀਗੇ, ਉਹਨਾਂ ਦੀ ਕੈਬਨਿਟ ਜਿਹੜੇ ਮੰਤਰੀ ਸੀ, ਬਾਗੀ ਮੰਤਰੀ ਜਿਹਨੂੰ ਆਪਾਂ ਕਹਿੰਦੇ ਆ, ਉਹਨਾਂ ਦੇ ਪ੍ਰਤੀ ਸੌਫਟ ਵੀ ਲੱਗਦੇ ਨੇ, ਸੁਖੀ ਰੰਧਾਵੇ ਦੇ ਪ੍ਰਤੀ ਥੋੜੇ ਜਿਹੇ ਹਾਰਸ਼ ਵੀ ਲੱਗਦੇ ਨੇ। ਚੰਨੀ ਉਹਨਾਂ ਦੇ ਬਾਰੇ 'ਚ ਚੰਗੀ ਗੱਲਾਂ ਵੀ ਕਰਦੇ ਨੇ, ਪਰ ਨਾਲ ਦੇ ਨਾਲ ਇਹ ਕਹਿ ਦਿੰਦੇ ਨੇ ਕਿ ਰਾਤੀ 3 ਵਜੇ ਤੱਕ ਅਗਰ ਤੁਸੀਂ ਲੋਕਾਂ ਨੂੰ ਮਿਲੋਗੇ ਤਾਂ ਤੁਸੀਂ ਕੋਈ ਕੰਮ-ਕੁੰਮ ਜਾਂ ਅੱਗੇ ਚੱਲ ਕੇ ਤੁਹਾਡੀ ਰਾਜਨੀਤੀ ਬਹੁਤੀ ਚਮਕਣ ਵਾਲੀ ਨਹੀਂ ਹੈਗੀ। ਉਸ ਪੂਰੇ ਇੰਟਰਵਿਊ ਦੇ ਵਿੱਚ ਉਹ ਉਸ ਗੱਲ ਦਾ ਵੀ ਜ਼ਿਕਰ ਕਰਦੇ ਨੇ, ਜਿਹੜੀ 43 ਐਮਐਲਏਆਂ ਦੀ ਲਿਸਟ ਦੀ ਗੱਲ ਹੋਈ ਸੀ, ਜਿਹਦੇ ਬਿਨਾਂ ਤੇ ਸੀਐਲਪੀ ਬੁਲਾ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕੱਢਣ ਦੀ ਗੱਲ ਚੱਲ ਰਹੀ ਸੀ। ਉਹ ਕਹਿੰਦੇ ਉਹ ਬੜੀ ਫੈਬਰੀਕੇਟਡ ਲਿਸਟ ਸੀਗੀ, ਉਹਦਾ ਦੀ ਕੋਈ ਲਿਸਟ ਸੀਗੀ ਨਹੀਂ, ਯਾਨੀ ਫੈਬਰੀਕੇਟਡ ਜਾਲੀ ਲਿਸਟ ਸੀਗੀ, ਜੋ ਉਹਨਾਂ ਨੇ ਪਹਿਲੀ ਵਾਰ ਇਸ ਇੰਟਰਵਿਊ ਦੇ ਵਿੱਚ ਕਹੀ ਹੈ ਕਿ ਉਹ ਇੱਕ ਜਾਲੀ ਲੈਟਰ ਸੀਗਾ ਜੋ ਅੱਜ ਤੱਕ ਕਿਸੇ ਨੇ ਨਹੀਂ ਦੇਖਿਆ। ਹੁਣ ਗੱਲ ਇਹ ਵੇ ਕਿ ਅੱਗੇ ਆਉਣ ਵਾਲੀ ਰਣਨੀਤੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਕੀ ਹੈ। ਉਹ ਕਹਿੰਦੇ ਨੇ ਜਦੋਂ ਕੋਡ ਲੱਗੇਗਾ ਤੁਸੀਂ ਤਦ ਦੇਖਣਾ। ਘੱਟ ਤੋਂ ਘੱਟ 20-22 ਐਮਐਲਏ ਤੇ ਮੇਰੇ ਹਜੇ ਵੀ ਟੱਚ 'ਚ ਹੈਗੇ ਆ। ਇਹਦੀ ਸੰਖਿਆ ਬਹੁਤ ਜ਼ਿਆਦਾ ਵੱਧ ਸਕਦੀ ਹੈ ਜਦੋਂ ਕੋਡ ਲੱਗਿਆ, ਕਿਉਂਕਿ ਅਗਰ ਹੁਣੇ ਮੈਨੂੰ ਐਮਐਲਏ ਛੱਡ ਕੇ ਮੈਨੂੰ ਜੁਆਇਨ ਕਰਦੇ ਨੇ ਤੇ ਉਹਨਾਂ ਦੀ ਸਾਰੀ ਗ੍ਰਾਂਟਾਂ ਬੰਦ ਹੋ ਜਾਣੀਆਂ। ਇਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਗ੍ਰਾਂਟਾਂ ਨਾ ਮਿਲਣ ਔਰ ਆਪਣੇ ਹਲਕਿਆਂ ਦੇ ਵਿੱਚ ਉਹ ਡਿਵੈਲਪਮੈਂਟ ਨਾ ਕਰਾ ਪਾਉਣ। ਪਰ ਜਿੱਦਾਂ ਹੀ ਕੋਡ ਲੱਗਿਆ, ਤੁਸੀਂ ਦੇਖੋ ਕਿ ਮੇਰੇ ਕੋਲ ਹੜ੍ਹ ਆ ਜਾਣਾ ਹੈ। ਇਹ ਉਹਨਾਂ ਦਾ ਕਲੇਮ ਸੀਗਾ। ਕਿੰਨਾ ਕੁ ਸਹੀ ਕਲੇਮ ਹੈ, ਕਿੰਨਾ ਕੁ ਨਹੀਂ ਹੈ, ਪਰ ਜਿਹੜੀ ਗੱਲ ਪੂਰੇ ਇੰਟਰਵਿਊ ਪੜ੍ਹਨ ਦੇ ਬਾਅਦ ਮੈਨੂੰ ਲੱਗੀ ਕਿ ਉਸ ਇੰਟਰਵਿਊ ਦੇ ਵਿੱਚ ਫਰਸਟ੍ਰੇਸ਼ਨ ਵੀ ਹੈਗੀ ਹੈ। ਔਰ ਜਦ ਬੰਦਾ ਆਪਣੇ ਆਪ ਨੂੰ ਕੌਨਫੀਡੈਂਟ ਸ਼ੋਅ ਕਰਨ ਦੀ ਗੱਲ ਕਰਦਾ ਹੈ ਤੇ ਉਹ ਕਿਸੇ ਨਾ ਕਿਸੇ ਜਗ੍ਹਾ ਤੋਂ ਫਰਸਟ੍ਰੇਸ਼ਨ ਨਿਕਲ ਕੇ ਆ ਜਾਂਦੀ ਹੈ। ਇਹ ਮਹਿਸੂਸ ਤੇ ਹੋਈ ਮੈਨੂੰ ਉਸ ਇੰਟਰਵਿਊ ਨੂੰ ਪੜ੍ਹਨ ਤੋਂ ਬਾਅਦ, ਕਿਉਂਕਿ ਸਾਨੂੰ ਵੀ ਹੁਣ ਰੀਡ ਬਿਟਵੀਨ ਦਾ ਲਾਈਨ ਜਿਹੜਾ ਅੰਗਰੇਜ਼ੀ ਦਾ ਸ਼ਬਦ ਹੈ ਉਹ ਪੜ੍ਹਨ ਦੀ ਇੱਕ ਆਦਤ ਜੀ ਪੈ ਗਈ ਹੈ। ਤੇ ਜੋ ਕੁਝ ਆਪਾਂ ਇਹਦੇ ਵਿੱਚੋਂ ਕੱਢਿਆ, ਤੇ ਕੈਪਟਨ ਸਾਹਿਬ ਇਸ ਟਾਈਮ ਥੋੜੇ ਜਿਹੇ ਫਰਸਟ੍ਰੇਟਡ ਤੇ ਫੀਲ ਕਰ ਰਹੇ ਨੇ। ਅੱਛਾ, ਮੈਨੂੰ ਇਹ ਦੱਸਿਓ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਕਿਉਂ ਕਹਿਣਾ ਪੈ ਗਿਆ ਕਿ ਵਿਧਾਨ ਸਭਾ ਦੀ ਚੋਣ ਹਰਸਿਮਰਤ ਕੌਰ ਬਾਦਲ ਨਹੀਂ ਲੜਨਗੇ? ਇਹ ਤਾਂ ਵੈਸੇ ਹੀ ਬੜਾ ਸਾਫ਼ ਜਿਹਾ ਸੀਗਾ ਕਿ ਉਹ ਮੈਂਬਰ ਪਾਰਲੀਮੈਂਟ ਨੇ 24 ਤੱਕ ਉਹਨਾਂ ਦਾ ਸਮਾਂ ਹੈ, ਉਸ ਤੋਂ ਪਹਿਲਾਂ ਕਿਉਂ ਵਿਧਾਨ ਸਭਾ 'ਚ ਜਾਣਾ ਚਾਹਣਗੇ? ਇਹ ਕਿੱਥੋਂ ਨਿਕਲੀ ਗੱਲ, ਜਾਂ ਕੀ ਸੱਚਮੁੱਚ ਅੰਦਰ ਕਿਧਰੇ ਇਹ ਗੱਲ ਤੁਰਨ ਲੱਗ ਗਈ ਸੀਗੀ ਕਿ ਸੁਖਬੀਰ ਦੇ ਨਾਲ ਨਾਲ ਹਰਸਿਮਰਤ ਨੂੰ ਵੀ ਅੱਗੇ ਵਧਾਇਆ ਜਾਵੇ? ਐਸੀ ਕੋਈ ਸਥਿਤੀ ਬਣ ਸਕਦੀ ਸੀ ਕਿ ਪਰਿਵਾਰ ਦੇ ਵਿੱਚੋਂ ਲੀਡ, ਕਿਉਂਕਿ ਬਾਦਲ ਸਾਹਿਬ ਦੀ ਵੀ ਗੱਲ ਪਹਿਲਾਂ ਹੋਈ ਕਿ ਬਾਦਲ ਸਾਹਿਬ ਨੂੰ ਅੱਗੇ ਵਧਾਇਆ ਜਾਵੇ, ਤੇ ਅੱਜ ਸੁਖਬੀਰ ਦਾ ਇਹ ਬਿਆਨ ਕਿ ਬੀਬਾ ਹਰਸਿਮਰਤ ਨਹੀਂ ਲੜਨਗੇ, ਸਫਾਈ ਕਿਉਂ ਦੇਣੀ ਪੈ ਗਈ? ਦੇਖੋ ਕੁਝ ਦਿਨਾਂ ਤੋਂ ਇਹ ਗੱਲਾਂ ਚੱਲ ਰਹੀ ਸੀ, ਜਿੱਦਾਂ ਜਲੰਧਰ ਦੇ ਵਿੱਚ ਇੱਕ ਸ਼ਾਹਕੋਟ ਕਨਸਟੀਚੁਐਂਸੀ ਹੈਗੀ ਹੈ ਜਿੱਥੋਂ ਕੁਹਾੜ ਸਾਹਿਬ ਹਮੇਸ਼ਾ ਜਿੱਤਦੇ ਸੀਗੇ ਜੀ। ਉਸ ਸੀਟ ਤੋਂ ਵੀ ਗੱਲ ਇਹ ਚੱਲਦੀ ਸੀ ਕਿ ਬਾਦਲ ਪਰਿਵਾਰ ਦਾ ਕੋਈ ਵਿਅਕਤੀ, ਹੁਣ ਬਾਦਲ ਪਰਿਵਾਰ ਦੀ ਗੱਲ ਕਰੀਏ ਤੇ ਜਾਂ ਤੇ ਸੁਖਬੀਰ ਬਾਦਲ ਹੈਗੇ ਹੈ ਜਾਂ ਫਿਰ ਹਰਸਿਮਰਤ ਕੌਰ ਬਾਦਲ ਹੈਗੀ ਹੈ। ਦੋਨਾਂ ਵਿੱਚੋਂ ਇੱਕ ਇਲੈਕਸ਼ਨ ਇੱਥੋਂ ਲੜ ਸਕਦੇ ਨੇ, ਪਰ ਅਚਾਨਕ ਕੁਹਾੜ ਸਾਹਿਬ ਦੇ ਪੁੱਤਰ ਨੂੰ ਉਹ ਟਿਕਟ ਦੇ ਦਿੱਤੀ ਗਈ। ਉਸ ਤੋਂ ਬਾਅਦ ਜਲਾਲਾਬਾਦ ਤੋਂ ਸੁਖਬੀਰ ਬਾਦਲ ਉਹਨਾਂ ਆਪਣੇ ਆਪ ਨੂੰ ਕਿੰਨਾ ਸੇਫ ਮਹਿਸੂਸ ਕਰਦੇ ਨੇ, ਉਹ ਤੁਸੀਂ ਅੱਜ ਵੀ ਇੱਕ ਸੁਖਬੀਰ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਦੇਖਿਆ ਹੋਵੇਗਾ ਕਿ ਜਲਾਲਾਬਾਦ ਦੇ ਕਈ ਆਗੂ, ਕਾਂਗਰਸ ਦੇ ਕਈ ਆਗੂ, ਉਹ ਅੱਜ ਅਕਾਲੀ ਦਲ ਜੁਆਇਨ ਕਰ ਗਏ। ਉਸ ਪ੍ਰੈਸ ਕਾਨਫਰੰਸ ਉਹਦੇ ਵਿੱਚ ਹੀ ਉਹਨਾਂ ਨੇ ਇਹ ਗੱਲ ਕੀਤੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਉਹਨਾਂ ਅਸੈਂਬਲੀ ਇਲੈਕਸ਼ਨ ਨਹੀਂ ਲੜਨਗੇ। ਉਹ ਐਮਪੀ ਹੈਗੀ ਹੈ ਬਠਿੰਡੇ ਤੋਂ, ਤੇ ਹਜੇ ਤੇ 2019 ਦੇ ਵਿੱਚ ਇਲੈਕਸ਼ਨ ਹੋਏ, ਅੱਜ 21 ਹੈ,
ਹਜੇ 2 ਸਾਲ ਵੀ ਪੂਰੇ ਨਹੀਂ ਹੋਏ। ਤੋ 2 ਸਾਲਾਂ ਦੇ ਵਿੱਚ ਅਗਰ ਉਹ ਵਿਧਾਨ ਸਭਾ ਦੇ ਇਲੈਕਸ਼ਨ ਲੜਦੀ ਹੈ ਤੇ ਫਿਰ ਲੋਕ ਸਭਾ ਦੇ ਵਿੱਚ ਸਿਰਫ ਉਹਨਾਂ ਦੀ 2 ਸੀਟਾਂ ਹੈਗੀਆਂ, ਜਿਨ੍ਹਾਂ ਵਿੱਚੋਂ ਇੱਕ ਸੀਟ ਖਤਰੇ 'ਚ ਪੈਂਦੀ ਹੈ ਜੇ ਕਿਤੇ ਜਿੱਤ ਜਾਂਦੀ ਹੈ, ਜਾਂ ਸੁਖਬੀਰ ਬਾਦਲ ਔਰ ਹਰਸਿਮਰਤ ਕੌਰ ਬਾਦਲ ਵੀ ਕਿਤੇ ਜਿੱਤ ਜਾਂਦੇ ਹੈ ਤੇ ਉਹਨਾਂ ਨੂੰ ਫਿਰ ਐਮਪੀ ਤੋਂ ਰਿਜ਼ਾਈਨ ਦੇਣਾ ਪਏਗਾ। ਆਹ ਵੀ ਇੱਕ ਗੱਲ ਸੀਗੀ। ਹਾਂ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਮੁੱਦੇ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਬਿਲਕੁਲ ਸਹੀ ਹੈ ਕਿ ਕਿਸੇ ਨਾ ਕਿਸੇ ਜਗ੍ਹਾ ਇਹਨਾਂ ਦੇ ਚੋਣ ਰਣਨੀਤੀਕਾਰਾਂ ਨੇ ਵੀ ਇਹ ਗੱਲ ਸਮਝਾਈ ਸੀ, ਔਰ ਅਕਾਲੀ ਸਰਕਲ ਦੇ ਵਿੱਚ ਬੜੀ ਇੱਕ ਆਮ ਜੀ ਗੱਲ ਹੈਗੀ ਹੈ, ਜੇ ਬਾਦਲ ਸਾਹਿਬ ਨੂੰ ਇੱਕ ਵਾਰ ਫੇਰ ਮੁੱਖ ਮੰਤਰੀ ਵਜੋਂ ਪ੍ਰੋਜੈਕਟ ਕਰਕੇ ਇਲੈਕਸ਼ਨ ਲੜੇ ਜਾਂਦੇ ਹੈ ਤੇ ਅਕਾਲੀ ਦਲ ਨੂੰ ਕੁਝ ਫਾਇਦਾ ਹੋ ਸਕਦਾ ਹੈ, ਕਿਉਂਕਿ ਬਾਦਲ ਸਾਹਿਬ ਦੀ ਪਹਿਲੇ ਵੀ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ ਹਜੇ ਵੀ ਬਹੁਤ ਰਿਸਪੈਕਟ ਹੈਗੀ ਹੈ, ਔਰ ਬਾਦਲ ਸਾਹਿਬ ਇਸ ਤਰ੍ਹਾਂ ਦਾ ਚਿਹਰਾ ਹੈਗਾ ਹੈ ਜਿਹਦੀ ਮੈਨੂੰ ਲੱਗਦਾ ਹੈ ਕਿ ਵਿਰੋਧੀ ਦਲਾਂ ਦੇ ਵਿੱਚ ਵੀ ਉਹਨਾਂ ਦੀ ਰਿਸਪੈਕਟ ਹੈ, ਤੇ ਇਸ ਚਿਹਰੇ ਨੂੰ ਵੀ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਔਰ ਇਸ ਕਰਕੇ ਹੀ ਸੁਖਬੀਰ ਬਾਦਲ ਉਹਨਾਂ ਨੇ ਇਹ ਗੱਲ ਕਹੀ ਕਿ ਟਾਈਮ ਆਉਣ ਤੇ ਦੱਸਿਆ ਜਾਏਗਾ ਕਿ ਇਲੈਕਸ਼ਨ ਪ੍ਰਕਾਸ਼ ਸਿੰਘ ਬਾਦਲ ਉਹਨਾਂ ਲੜਨਗੇ ਜਾਂ ਨਹੀਂ ਲੜਨਗੇ। ਜੀ, ਵੈਸੇ ਅੰਦਰਲੇ ਗਲਿਆਰਿਆਂ ਦੇ ਵਿੱਚ ਇਹ ਗੱਲ ਆਮ ਪ੍ਰਚਲਿਤ ਹੈ ਕਿ ਪ੍ਰਕਾਸ਼ ਸਿੰਘ ਬਾਦਲ ਆਪਣੀ ਮਰਜ਼ੀ ਦੇ ਮਾਲਕ ਨੇ ਔਰ ਉਹ ਇਲੈਕਸ਼ਨ ਲੜਨ ਲਈ ਪੂਰੀ ਤਰ੍ਹਾਂ ਸਿਹਤਮੰਦ ਵੀ ਨੇ। ਫੈਸਲਾ ਵੀ ਉਹਨਾਂ ਨੇ ਖੁਦ ਹੀ ਕਰਨਾ ਹੈ, ਭਾਵੇਂ ਪਾਰਟੀ ਕਿਸੇ ਪੱਧਰ ਤੇ ਅਨਾਉਂਸਮੈਂਟ ਕਰੇ ਜਾਂ ਸੁਖਬੀਰ ਜਾਂ ਕੋਰ ਕਮੇਟੀ ਇਹਦੇ ਤੇ ਗੱਲ ਕਰਨ, ਲੇਕਿਨ ਫੈਸਲਾ ਬਾਦਲ ਸਾਹਿਬ ਨੇ ਆਪ ਕਰਨਾ ਹੈ। ਔਰ ਦੂਜੀ ਗੱਲ ਕਿ ਉਹ ਪੂਰੀ ਤਰ੍ਹਾਂ ਫਿੱਟ ਨੇ ਔਰ ਅੱਗੇ ਜਾ ਕੇ ਇਹ ਲੜਾਈ ਦੇ ਸਕਦੇ ਆ, ਕਿਉਂਕਿ ਇਲੈਕਸ਼ਨ ਦਾ ਮੌਸਮ ਹੈ ਔਰ ਇਹਦੇ ਵਿੱਚ ਸਾਡੇ ਕੋਲ ਇਹ ਖਬਰਾਂ ਪੁਣ ਛਣ ਕੇ ਇੱਧਰੋਂ ਉਧਰੋਂ ਨਿਕਲਦੀਆਂ ਨੇ, ਜਿਨ੍ਹਾਂ ਨੂੰ ਫਿਰ ਅਸੀਂ ਕਨਫਰਮੇਸ਼ਨ ਤੋਂ ਬਾਅਦ ਅੱਗੇ ਵਧਾਉਂਦੇ ਆ। ਭਾਸਕਰ ਸਾਹਿਬ, ਇਹ ਦੌਰ ਤੇਜ਼ ਤਰਾਰ ਦੌਰ ਹੈ ਤੇ ਹਰ ਪਲ ਕੁਝ ਨਾ ਕੁਝ ਨਵਾਂ ਵਾਪਰਦਾ ਰਹਿੰਦਾ ਹੈ। ਆਪਾਂ ਫਿਰ ਇਕੱਠੇ ਹੁੰਨੇ ਆ। ਬਹੁਤ ਮਿਹਰਬਾਨੀ। ਧੰਨਵਾਦ ਜੀ।